ਹੈਲੋ ਬੇਟਾ ਜੀ, ਹੁਣ ਆਪਾਂ ਕਲਾਸ 8ਵੀਂ ਦਾ ਐਕਸਰਸਾਈਜ਼ 5.2 ਦਾ ਪੰਜਵਾਂ ਕੁਐਸਚਨ ਕਰਨ ਜਾ ਰਹੇ ਹਾਂ। ਇਸ ਕੁਐਸਚਨ 'ਚ ਬੇਟੇ ਆਪਣੇ ਕੋਲ ਇੱਕ ਟੇਬਲ ਦਿੱਤਾ ਹੋਇਆ, ਭਾਵ ਸਾਰਣੀ ਦਿੱਤੀ ਹੋਈ ਆ, ਤੇ ਸਾਰਣੀ ਤੋਂ ਆਪਾਂ ਨੇ ਕੀ ਬਣਾਉਣਾ, ਇੱਕ ਪਾਈ ਚਾਰਟ ਬਣਾਉਣਾ। ਪਾਈ ਚਾਰਟ ਭਾਵ ਜਿਹਨੂੰ ਆਪਾਂ ਚੱਕਰੀ ਗ੍ਰਾਫ ਬੋਲਦੇ ਹਾਂ। ਤਾਂ ਬੇਟੇ ਸ਼ੁਰੂ ਕਰਦੇ ਹਾਂ ਇਸ ਕੁਐਸਚਨ ਨੂੰ। ਕਿਸੇ ਹੋਸਟਲ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਹੇਠ ਦਿੱਤੀ ਗਈ ਹੈ। ਭਾਵ ਇੱਕ ਹੋਸਟਲ ਆ ਜੀ, ਹੋਸਟਲ ਦੇ ਵਿੱਚ ਕੁਝ ਵਿਦਿਆਰਥੀ ਰਹਿ ਰਹੇ ਨੇ, ਸਟੂਡੈਂਟਸ ਰਹਿ ਰਹੇ ਨੇ, ਤੇ ਉਹਨਾਂ ਵਿੱਚ ਅਲੱਗ-ਅਲੱਗ ਉਹ ਲੈਂਗੁਏਜਸ ਬੋਲ ਰਹੇ ਨੇ, ਤੇ ਉਹਨਾਂ ਦਾ ਕਾਊਂਟਿੰਗ ਕਰਕੇ ਇੱਕ ਚਾਰਟ ਬਣਾਇਆ ਗਿਆ, ਭਾਵ ਇੱਕ ਟੇਬਲ ਬਣਾਇਆ ਗਿਆ, ਸਾਰਣੀ ਬਣਾਈ ਗਿਆ। ਹੁਣ ਇਹ ਤਾਂ ਆਪਾਂ ਨੇ ਪਾਈ ਚਾਰਟ ਬਣਾਉਣਾ ਬੇਟਾ। ਅੰਕੜਿਆਂ ਨੂੰ ਇੱਕ ਪਾਈ ਚਾਰਟ ਦੁਆਰਾ ਦਰਸਾਓ। ਤਾਂ ਸ਼ੁਰੂ ਕਰਦੇ ਹਾਂ ਬੇਟੇ। ਟੇਬਲ ਦੇਖਦੇ ਹਾਂ। ਟੇਬਲ ਦੇ ਵਿੱਚ ਹਿੰਦੀ ਭਾਸ਼ਾ ਬੋਲਣ ਵਾਲੇ ਆਪਣੇ ਕੋਲ 40 ਸਟੂਡੈਂਟਸ ਨੇ, ਅੰਗਰੇਜ਼ੀ ਵਾਲੇ 12 ਨੇ ਜੀ, ਮਰਾਠੀ ਬੋਲਣ ਵਾਲੇ 9, ਤਾਮਿਲ ਬੋਲਣ ਵਾਲੇ 7, ਬੰਗਾਲੀ ਵਾਲੇ 4। ਭਾਵ ਇਹ 5 ਭਾਸ਼ਾਵਾਂ ਨੂੰ ਬੋਲਣ ਵਾਲੇ ਵਿਦਿਆਰਥੀ ਹੈਗੇ ਨੇ ਜੀ। ਸੋ ਟੋਟਲ ਵਿਦਿਆਰਥੀ ਸਾਡੇ ਕੋਲ ਕਿੰਨੇ ਨੇ? 72। ਹੁਣ ਆਪਾਂ ਪਹਿਲਾ ਚੀਜ਼ ਇਹੀ ਪਤਾ ਹੋਣਾ ਚਾਹੀਦਾ ਵੀ ਟੋਟਲ ਸਾਡੇ ਕੋਲ ਕਾਊਂਟ ਕਿੰਨਾ ਹੈ। ਸ਼ੁਰੂ ਕਰਦੇ ਹਾਂ ਜੀ। ਪਾਈ ਚਾਰਟ ਦੇ ਲਈ ਆਪਣੇ ਕੋਲ ਕੀ ਚੀਜ਼ ਚਾਹੀਦੀ ਹੈ? ਕੇਂਦਰੀ ਕੋਣ ਚਾਹੀਦਾ ਜੀ, ਕੇਂਦਰੀ ਕੋਣ, ਜਿਹਨੂੰ ਸੈਂਟਰਲ ਐਂਗਲ ਬੋਲਦੇ ਆ ਜੀ। ਤਾਂ ਸ਼ੁਰੂ ਕਰਦੇ ਹਾਂ। ਤੋਂ ਬਾਅਦ ਹਿੰਦੀ ਦੇ ਲਈ, ਸੋ ਹਿੰਦੀ ਦਾ ਸਾਡੇ ਕੋਲ ਦੇਖਦੇ ਹਾਂ ਜੀ, ਕਾਊਂਟ ਹੈਗਾ ਜੀ 40। ਜੇ ਕਾਊਂਟ 40 ਆ ਬਟ ਟੋਟਲ ਕਿੰਨਾ ਜੀ? 72। ਜਿੰਨਾ ਸਾਡਾ ਕੇਂਦਰੀ ਕੋਣ ਹੁੰਦਾ ਬੇਟਾ, ਉਹ ਉਸੇ ਅਨੁਪਾਤ ਦੇ ਵਿੱਚ ਹੁੰਦਾ ਜਿਸ ਅਨੁਪਾਤ ਦੇ ਵਿੱਚ ਇਸ ਜਗ੍ਹਾ ਸਾਡਾ ਕਾਊਂਟ ਹੁੰਦਾ। ਭਾਵ ਜੇ ਇੱਥੇ ਸਾਡੇ ਕੋਲ ਮੈਂ ਫ੍ਰੈਕਸ਼ਨ ਫਾਰਮ ਦੇਖਾਂ, ਕਿੰਨੀ ਆ ਜੀ? ਉਹ 40/72। ਸੋ ਸਾਡਾ ਸੈਂਟਰਲ ਐਂਗਲ ਵੀ ਹਿੰਦੀ ਦਾ ਇਸੇ ਰੇਸ਼ੋ ਦੇ ਵਿੱਚ ਹੋਊਗਾ, ਇਸ ਇੰਨੀ ਹੀ ਅਨੁਪਾਤ ਦੇ ਵਿੱਚ ਆਏਗਾ। ਠੀਕ ਹੈ ਜੀ। ਸੋ ਉਹਨੂੰ ਹੱਲ ਕਰਨ ਦੇ ਲਈ ਕਿ ਕਿੰਨਾ ਅਨੁਪਾਤ ਹੋਏਗਾ, ਮੈਂ ਕੀ ਕਰੂੰਗਾ, ਇੱਥੇ ਮਲਟੀਪਲਾਈ ਕਰ ਲੂੰਗਾ ਟੋਟਲ ਐਂਗਲ ਦੇ ਨਾਲ। ਸੋ ਟੋਟਲ ਐਂਗਲ ਮੇਰੇ ਕੋਲ ਕਿੰਨਾ ਹੁੰਦਾ ਬੇਟਾ? 360। ਦੂਸਰਾ ਫਾਰਮ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ ਪਿਛਲੇ ਕੁਐਸਚਨ ਦੇ ਵਿੱਚ, ਮੈਂ ਇੱਕ ਅਲੱਗ ਫਾਰਮ ਬਣਾ ਸਕਦਾ ਸੀ, ਇੱਕ ਅਲੱਗ ਕਾਲਮ ਬਣਾ ਕੇ ਉਹਦੇ ਵਿੱਚ ਫ੍ਰੈਕਸ਼ਨ ਫਾਰਮ ਵੀ ਲਿਆ ਸਕਦਾ ਸੀ। ਮੈਂ ਫ੍ਰੈਕਸ਼ਨ ਫਾਰਮ ਲਿਆਂਦਾ ਤਾਂ ਉਹਦੇ ਵਿੱਚ ਮੇਰੇ ਕੋਲ ਕੈਲਕੂਲੇਟ ਕਰਕੇ ਆਉਂਦਾ ਜੀ 40/72। ਦੈਨ ਉਹਨੂੰ ਫਿਰ ਮੈਂ ਮਲਟੀਪਲਾਈ ਕਰਦਾ 360 ਨਾਲ। ਪਰ ਮੈਨੂੰ ਇਹ ਤਰੀਕਾ ਜ਼ਿਆਦਾ ਬੈਟਰ ਲੱਗਦਾ ਹੈ, ਇਹਦੇ ਨਾਲ ਮੇਰਾ ਕੈਲਕੂਲੇਸ਼ਨ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ। ਤਾਂ ਕੈਲਕੂਲੇਟ ਕਰਦੇ ਬੇਟੇ। ਕੈਲਕੂਲੇਸ਼ਨ ਦੇ ਲਈ ਮੈਂ ਇਹਨੂੰ ਹੱਲ ਨਹੀਂ ਛੱਡੂੰਗਾ, ਮੈਂ ਟੋਟਲ ਵੈਲਿਊ ਨੂੰ ਤੇ ਟੋਟਲ ਐਂਗਲ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੇਟੇ। ਮੈਂ 36 ਦਾ ਪਹਾੜਾ ਗਿਣਿਆ ਜੀ, 36 ਏਕਮ 36, 36 ਦੂਣਾ 72। ਜੇ ਨਹੀਂ ਆਉਂਦਾ ਤਾਂ ਆਪਾਂ ਡਿਵਾਈਡ ਵੀ ਕਰ ਸਕਦੇ ਹਾਂ। ਇੱਧਰ ਟੇਬਲ ਗਿਆ ਜੀ ਮੇਰਾ 10 ਦੇ ਪਹਾੜੇ ਤੇ। ਠੀਕ ਆ ਜੀ। 36 10 360। 2 ਨੂੰ ਭਾਗ ਕੀਤਾ ਜੀ, ਕਟਿੰਗ ਕਰਕੇ ਮੇਰੇ ਕੋਲ ਆਇਆ ਬੇਟਾ 5। 2 ਏਕਮ 2, 5 ਦੂਣੀ 10। ਮਤਲਬ ਇੱਥੇ ਮੇਰੇ ਕੋਲ 40 ਅਤੇ 5 ਬਚ ਗਿਆ। ਤੁਸੀਂ ਦੇਖੋਗੇ ਬੇਟੇ 72 ਅਤੇ 360 ਦੋਹਾਂ ਨੂੰ ਡਿਵਾਈਡ ਕਰਨ ਤੇ ਮੇਰੇ ਕੋਲ 5 ਆ ਰਿਹਾ। ਤਾਂ ਹਰ ਵਾਰੀ ਆਟੋਮੈਟਿਕਲੀ ਮੇਰੇ ਕੋਲ 5 ਹੀ ਜਨਰੇਟ ਹੋਣਾ, ਇੱਥੇ 5 ਹੀ ਆਏਗਾ। ਸੋ ਮੈਨੂੰ ਬਾਰ-ਬਾਰ ਇੰਨੀ ਕੈਲਕੂਲੇਟ ਕਰਨ ਦੀ ਲੋੜ ਨਹੀਂ ਪਏਗੀ, ਸਿੱਧਾ ਮੈਂ ਕਟਿੰਗ ਕਰਕੇ 72 5 360 ਕਟਿੰਗ ਕਰ ਦੂੰਗਾ 72 ਦੇ ਟੇਬਲ ਤੇ। ਹਾਲਾਂਕਿ ਮੈਨੂੰ 72 ਦਾ ਟੇਬਲ ਨਹੀਂ ਆਉਂਦਾ, ਪਰ ਫਿਰ ਵੀ ਮੈਂ ਕੈਲਕੂਲੇਸ਼ਨ ਨੂੰ ਦੇਖਦੇ ਹੋਏ ਇੱਕ ਪੈਟਰਨ ਮੇਰਾ ਆਟੋਮੈਟਿਕਲੀ ਬਣ ਜਾਏਗਾ। ਤਾਂ ਹੁਣ ਇੱਥੇ ਮੈਂ ਅੱਗੇ ਨੂੰ ਹੱਲ ਕਰਦਾ ਜੀ। 40 ਤੇ 5, 40 ਤੇ 5 ਗੁਣਾ ਕਰੀਏ ਜੀ, 5 ਚੌਕਾ 20, ਇੱਕ 0 ਲੱਗ ਗਈ ਜੀ, ਤਾਂ ਮੇਰੇ ਕੋਲ ਆ ਗਿਆ ਜੀ 200। ਤਾਂ ਮੇਰਾ ਹਿੰਦੀ ਦੇ ਲਈ ਮੇਰਾ ਕੋਣ ਬਣਿਆ ਬੇਟਾ 200 ਡਿਗਰੀ। ਅਗਰ ਅੰਗਰੇਜ਼ੀ ਲਈ ਦੇਖਦੇ ਹਾਂ ਜੀ, ਅੰਗਰੇਜ਼ੀ ਲਈ ਕਾਊਂਟ ਮੇਰੇ ਕੋਲ ਹੈ ਜੀ 12 ਬਟਾ ਟੋਟਲ ਹੈਗਾ ਜੀ ਮੇਰੇ ਕੋਲ 72 ਗੁਣਾ 360। ਹੁਣ ਗੱਲ ਕਰਕੇ ਹਟੇ ਆ, ਕਟਿੰਗ ਕਰ ਦਾਂਗੇ ਆਪਾਂ 5 ਦੇ ਪਹਾੜੇ ਤੇ। ਠੀਕ ਆ ਜੀ। 72 5 360। ਅੱਗੇ ਮਲਟੀਪਲਾਈ ਕਰ ਦਾਂਗੇ ਜੀ 12 ਤੇ 5 ਨੂੰ, ਕਿੰਨਾ ਆ ਗਿਆ ਜੀ 60। 12 5 60, 60 ਡਿਗਰੀ ਆ ਗਿਆ ਜੀ ਮੇਰਾ ਅੰਗਰੇਜ਼ੀ ਦਾ ਕੋਣ। ਇਹ ਤੋਂ ਬਾਅਦ ਮਰਾਠੀ ਵੱਲ ਚੱਲਦੇ ਹਾਂ ਜੀ। ਮਰਾਠੀ ਮੇਰੇ ਲਈ ਹੈ ਜੀ 9/72। ਮੇਰਾ ਫ੍ਰੈਕਸ਼ਨ ਫਾਰਮ ਆਈ ਹੈ ਜੀ। ਟੋਟਲ ਐਂਗਲ ਨਾਲ ਮਲਟੀਪਲਾਈ ਕਰਾਂਗੇ ਜੀ ਬੇਟਾ 360 ਨਾਲ। ਉਸੇ ਤਰ੍ਹਾਂ ਕਟਿੰਗ ਹੋਗੀ 5 ਆਇਆ ਜੀ, ਮਲਟੀਪਲਾਈ ਕੀਤੀ 5 ਤੇ 9 ਨੂੰ, ਕਿਉਂਕਿ ਇਹੀ ਦੋ ਚੀਜ਼ਾਂ ਬਚੀਆਂ, 9 5 45। ਤੁਸੀਂ ਦੇਖ ਰਹੇ ਹੋਗੇ ਬੇਟੇ ਬਿਲਕੁਲ
ਈਜ਼ੀਲੀ ਕੈਲਕੂਲੇਟ ਹੋ ਰਿਹਾ, ਕੋਈ ਮੈਨੂੰ ਜ਼ਿਆਦਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ। ਇੱਕ ਵਾਰੀ ਕੀਤੀ ਮੈਂ, ਦੁਬਾਰਾ ਆਪਣੇ ਆਪ ਸਾਰਾ ਦਾ ਸਾਰਾ ਕੈਲਕੂਲੇਟ ਹੋ ਜਾਂਦਾ ਹੈ। ਤਾਂ ਮਿਲਦੇ ਲਈ ਦੇਖਦੇ ਹਾਂ ਬੇਟੇ। ਸੇਮ ਉਹੀ ਚੀਜ਼ ਰਿਪੀਟ ਹੋਣੀ ਆ, ਬਸ ਮਲਟੀਪਲਾਈ ਕਰਨੀ ਪੈਣੀ ਆ। ਮਲਟੀਪਲਾਈ ਈਜ਼ੀ ਆ। 7 5 35, 35 ਡਿਗਰੀ ਦਾ ਐਂਗਲ ਬਣਿਆ ਜੀ। ਤੇ ਬੰਗਾਲੀ ਦੇ ਲਈ ਮੇਰੇ ਕੋਲ ਕਿੰਨਾ ਆ ਗਿਆ ਬੇਟਾ ਜੀ? 4/72 ਮੇਰਾ ਆ ਗਿਆ ਫ੍ਰੈਕਸ਼ਨ ਫਾਰਮ। ਮਲਟੀਪਲਾਈ ਕਰ ਲਿਆ ਮੈਂ 360 ਡਿਗਰੀ ਨਾਲ, ਕਟਿੰਗ ਕੀਤੀ ਆ, ਤੇ ਦੈਨ ਮੇਰੇ ਕੋਲ ਕਿੰਨਾ ਆ ਗਿਆ ਜੀ? 5 ਚੌਕਾ 20। ਬਹੁਤ ਹੀ ਜ਼ਿਆਦਾ ਈਜ਼ੀ ਕੈਲਕੂਲੇਸ਼ਨਸ ਹੋ ਜਾਂਦੀਆਂ ਨੇ ਜੇ ਆਪਾਂ ਇਸ ਤਰ੍ਹਾਂ ਕਰਦੇ ਹਾਂ। ਚੈੱਕ ਕਰਨ ਦੇ ਲਈ ਬੇਟੇ ਮੈਂ ਦੇਖਾਂ ਕਿ ਮੇਰੀ ਕੈਲਕੂਲੇਸ਼ਨ ਜਾਂ ਕੋਈ ਚੀਜ਼ 'ਚ ਗਲਤੀ ਤਾਂ ਨਹੀਂ ਹੈ, ਤਾਂ ਉਹਦੇ ਲਈ ਮੈਂ ਇਹਨਾਂ ਸਾਰਿਆਂ ਨੂੰ ਜੋੜ ਕਰ ਸਕਦਾ। ਕੋਣਾਂ ਦਾ ਜੀ, ਕੋਣਾਂ ਦਾ ਜੋੜ ਕਰਕੇ ਮੈਂ ਵੇਖ ਲਾਂ ਜੀ। ਇੱਥੇ ਜੋੜ ਦਾ ਕਾਲਮ ਬਣਾ ਸਕਦਾ। 2 0 5 ਤੇ 5 10, ਹਾਂਸਲਾ ਆ 1, 6 ਤੇ 1 7, 11 11 ਤੇ 5 16, ਹਾਂਸਲਾ 1 2 ਤੇ 1 3। ਤੁਸੀਂ ਦੇਖੋ ਕਿ ਮੈਂ ਆਪਾਂ ਨੇ ਸਟਾਰਟਿੰਗ ਵੇਲੇ ਗੱਲ ਕੀਤੀ ਸੀ, ਠੀਕ ਹੈ ਜੀ। ਕੁੱਲ ਕੋਣ ਕਿੰਨਾ ਸਾਡੇ ਕੋਲ ਆ ਗਿਆ? 360। ਤੇ ਸਟਾਰਟਿੰਗ 'ਚ ਆਪਾਂ ਕੁੱਲ ਕੋਣ ਵੀ 360 ਲਿਆ ਸੀ। ਹਰ ਜਗ੍ਹਾ 360 ਨਾਲ ਇਸੇ ਕਰਕੇ ਮਲਟੀਪਲਾਈ ਕੀਤੀ ਹੈ, ਤੇ ਦੈਨ ਬੜੇ ਈਜ਼ੀਲੀ ਅਸੀਂ ਇਹ ਚੀਜ਼ ਫਾਈਂਡ ਆਊਟ ਕਰ ਲਿਆ। ਅੱਗੇ ਚੱਲਦੇ ਹਾਂ ਬੇਟੇ। ਆਪਾਂ ਹੁਣ ਇਹਦਾ ਕੀ ਬਣਾਉਣਾ ਜੀ? ਪਾਈ ਚਾਰਟ। ਪਾਈ ਚਾਰਟ ਲਈ ਮੈਂ ਪ੍ਰਕਾਰ ਲਈ ਹੈ ਜੀ। ਪ੍ਰਕਾਰ ਨੂੰ ਖੋਲ ਲਓ ਜੀ। ਖੋਲ੍ਹਣ ਉਪਰੰਤ ਮੈਂ ਕੀ ਕਰੂੰਗਾ ਕਿ ਸਭ ਤੋਂ ਪਹਿਲਾਂ ਇੱਕ ਚੱਕਰ ਲਗਾਉਂਗਾ। ਜ਼ਰੂਰੀ ਨਹੀਂ ਕਿ ਮੈਂ ਕੋਈ ਪਰਟੀਕੂਲਰ ਸਾਈਜ਼ ਦਾ ਹੀ ਚੱਕਰ ਲਗਾਵਾਂ। ਅਰਧ ਵਿਆਸ ਤੁਹਾਡੀ ਆਪਣੀ ਮਰਜ਼ੀ ਦਾ ਹੋ ਸਕਦਾ ਬੇਟਾ, ਵੱਡਾ ਛੋਟਾ ਕੋਈ ਫਰਕ ਨਹੀਂ। ਤੁਸੀਂ ਗੌਰ ਕਰ ਰਹੇ ਹੋਵੋਗੇ ਬੇਟੇ, ਮੈਂ ਇੱਥੇ ਇੱਕ ਬਿੰਦੂ ਪਹਿਲਾਂ ਲਗਾ ਲਿਆ ਸੀ, ਉਹਦੇ ਨਾਲ ਮੈਨੂੰ ਚੱਕਰ ਲਗਾਉਣ ਦੇ ਵਿੱਚ ਥੋੜਾ ਜਿਹਾ ਆਸਾਨੀ ਹੁੰਦੀ ਆ। ਮੈਂ ਇੱਕ ਕੇਂਦਰ ਮੰਨ ਲਿਆ, ਕੇਂਦਰ ਤੋਂ ਬਾਅਦ ਮੈਂ ਜਿਵੇਂ ਮਰਜ਼ੀ ਉਹਦੇ ਉੱਤੇ ਵਰਕ ਕਰ ਸਕਦਾ। ਅੱਗੇ ਸ਼ੁਰੂ ਕਰਦੇ ਹਾਂ ਬੇਟੇ। ਸਭ ਤੋਂ ਪਹਿਲੀ ਚੀਜ਼ ਕੀ ਹੋਊਗੀ? ਮੈਂ ਇੱਥੇ ਇੱਕ ਕੀ ਲਗਾਵਾਂ? ਅਰਧ ਵਿਆਸ। ਲੋ ਬੇਟਾ ਜੀ, ਪਹਿਲਾ ਅਰਧ ਵਿਆਸ ਤਿਆਰ ਆ ਜੀ। ਅਰਧ ਵਿਆਸ ਲੱਗਣ ਤੋਂ ਬਾਅਦ ਕੋਣ ਬਣਾਉਣੇ ਸ਼ੁਰੂ ਕਰਨੇ ਆ। ਸੋ ਫਸਟ ਐਂਗਲ ਹੈਗਾ ਜੀ ਮੇਰਾ ਹਿੰਦੀ ਦੇ ਲਈ 200 ਡਿਗਰੀ। ਕੀ ਕਰੂੰ? 180 ਡਿਗਰੀ ਦਾ ਕੋਣ ਬਣਾ ਲਿਆ, ਤੇ ਉਸ ਤੋਂ ਬਾਅਦ 20 ਡਿਗਰੀ ਮੈਂ ਉੱਪਰ ਲੈ ਜਾਊਂਗਾ। ਤਾਂ ਮੈਂ 180 ਡਿਗਰੀ ਦੇ ਕੋਣ ਦੇ ਲਈ ਮੈਂ ਇਹਨੂੰ ਕੀ ਕਰੂੰਗਾ ਬੇਟੇ? ਮਿਲਾ ਦੂੰਗਾ ਪਹਿਲਾਂ। ਇਹ ਬੇਟੇ ਮੈਂ ਪੈਨਸਲ ਨਾਲ ਕੀਤਾ ਹੈ, ਬਾਅਦ ਦੇ ਵਿੱਚ ਮੈਂ ਇਹਨੂੰ ਇਰੇਜ਼ ਕਰ ਦੂੰਗਾ। ਆਫਟਰ ਦੈਟ ਮੈਂ ਇੱਥੇ 20 ਡਿਗਰੀ ਦਾ ਕੋਣ ਬਣਾ ਲੂੰਗਾ। ਸੋ ਆ ਮੇਰੇ ਕੋਲ ਬਿੰਦੀ ਆਈ ਹੈ ਜੀ 20 ਡਿਗਰੀ ਦੇ ਕੋਣ ਦੀ। ਸੋ ਠੀਕ ਆ ਜੀ। ਸੋ ਆਹ ਇਰੇਜ਼ ਕਰਨ ਤੋਂ ਬਾਅਦ ਮੇਰੇ ਕੋਲ ਇਹ ਟੋਟਲ ਐਂਗਲ ਬਣ ਚੁੱਕਿਆ ਬੇਟਾ ਮੇਰਾ 200 ਡਿਗਰੀ ਦਾ, ਜੋ ਕਿ ਰਿਪਰੈਜ਼ੈਂਟ ਕਰਦਾ ਹਿੰਦੀ ਨੂੰ। ਅਗਲਾ ਕੋਣ ਬਣਾਉਣੇ ਆ ਬੇਟੇ। ਅਗਲਾ ਕੋਣ ਮੇਰਾ ਹੈਗਾ ਜੀ ਅੰਗਰੇਜ਼ੀ ਦੇ ਲਈ 60 ਡਿਗਰੀ ਦਾ। ਤਾਂ ਮੈਂ ਇਸ ਅਰਧ ਵਿਆਸ ਤੋਂ ਚੱਕੂੰਗਾ ਜੀ। ਇਹ ਲੋ ਬੇਟੇ 60 ਡਿਗਰੀ ਦਾ ਚੱਕ ਲਿਆ। ਬੇਟੇ ਜ਼ਰੂਰੀ ਨਹੀਂ ਹੈ ਕਿ ਮੈਂ ਪਹਿਲਾਂ 200 ਦਾ ਹੀ ਬਣਾਉਂਦਾ। ਇਹਦਾ ਇੱਕ ਹੋਰ ਵੀ ਮੈਥਡ ਸੀ ਕਿ ਮੈਂ ਬਾਕੀ ਸਾਰੇ ਐਂਗਲਸ ਬਣਾ ਲੈਂਦਾ, ਤੇ ਅਖੀਰ ਨੂੰ ਮੇਰੇ ਕੋਲ ਕਿੰਨੇ ਡਿਗਰੀ ਦਾ ਕੋਣ ਬਣ ਜਾਂਦਾ? ਬਚ ਜਾਂਦਾ ਜੋ 200 ਡਿਗਰੀ ਦਾ। ਇਹ ਹੈਗਾ ਜੀ ਮੇਰੇ ਕੋਲ ਅੰਗਰੇਜ਼ੀ। ਠੀਕ ਆ ਜੀ। ਅਗਲਾ ਹੈਗਾ ਜੀ 45 ਡਿਗਰੀ ਦਾ ਐਂਗਲ।
ਦੇਖੋ ਮੇਰੇ ਕੋ ਆ ਪਾਰਟ ਸ਼ੇਡ ਹੋ ਚੁੱਕਿਆ, ਇਹ 260 ਡਿਗਰੀ ਦਾ ਹੋ ਚੁੱਕਿਆ ਤੇ ਆ ਹਲੇ ਜਿਹੜਾ ਇਹ 100 ਡਿਗਰੀ ਦਾ ਐਂਗਲ ਮੈਂ ਸ਼ੇਡ ਕਰਨਾ ਰਹਿੰਦਾ ਹੈ। ਤਾਂ ਸ਼ੁਰੂ ਕਰਦੇ ਹਾਂ ਬੇਟੇ। ਲੋ ਬੇਟੇ ਇਸ ਜਗ੍ਹਾ ਦੇ ਉੱਤੇ ਡੀ ਰੱਖ ਲਈ ਹੈ ਜੀ ਮੈਂ, ਤੇ ਹੁਣ ਮੈਂ ਕੋਣ ਬਣਾਉਣਾ ਜੀ 45 ਡਿਗਰੀ ਦਾ। ਤਾਂ ਮੇਰੇ ਕੋਲ ਆ ਗਿਆ 40 ਅਤੇ 5 45। ਇਹ ਬੇਟੇ ਮੇਰੇ ਕੋਲ ਬਣ ਗਿਆ ਜੀ ਕੋਣ 45 ਡਿਗਰੀ ਦਾ, 45 ਡਿਗਰੀ ਐਂਗਲ। ਇਹ ਬੇਟੇ ਮੇਰਾ ਕੋਣ ਬਣਿਆ ਹੈ ਜੋ ਕਿ ਕਿਹੜੀ ਭਾਸ਼ਾ ਨੂੰ ਕਰਦਾ, ਮਰਾਠੀ। ਅਗਲੇ ਮੇਰੇ ਕੋਲ ਦੋ ਕੋਣ ਬਚੇ ਨੇ ਬੇਟੇ, ਤਮਿਲ ਅਤੇ ਬੰਗਾਲੀ। ਤਾਂ ਸ਼ੁਰੂ ਕਰਦੇ ਹਾਂ ਮੈਂ ਤਮਿਲ ਦੇ ਲਈ। ਫਿਰ ਰੱਖਿਆ ਜੀ ਡੀ, ਡੀ ਰੱਖਣ ਤੋਂ ਬਾਅਦ ਤਮਿਲ ਮੇਰਾ ਹੈਗਾ ਜੀ ਬੇਟੇ 35 ਡਿਗਰੀ ਤੇ, 10 20 30 ਤੇ 35, 35 ਦੋਹਾਂ ਦੇ ਇਨ ਬਿਟਵੀਨ ਹੋਏਗਾ ਦਿਸ ਵਨ। ਇਹ ਮੇਰਾ ਆ ਗਿਆ 35 ਡਿਗਰੀ ਦਾ ਕੋਣ। ਠੀਕ ਹੈ ਜੀ, ਇਹ 35 ਡਿਗਰੀ ਦਾ ਕੋਣ ਆ ਗਿਆ। ਇਹ ਰਿਪਰੈਜ਼ੈਂਟ ਕਰਦਾ ਜੀ ਕਿਹੜੀ ਭਾਸ਼ਾ ਨੂੰ, ਤਮਿਲ ਨੂੰ। ਇਹ ਤੋਂ ਬਾਅਦ ਬੇਟੇ ਸਾਡੇ ਕੋਲ ਇੱਕ ਕੋਣ ਬਚਿਆ ਜੀ, ਜੋ ਲਾਸਟ ਕੋਣ ਬਚਿਆ ਉਹ ਆਟੋਮੈਟਿਕਲੀ ਸਾਡਾ 20 ਡਿਗਰੀ ਦਾ ਹੋਏਗਾ ਤੇ ਇਹ ਰਿਪਰੈਜ਼ੈਂਟ ਕਰੂਗਾ ਜੀ ਬੰਗਾਲੀ ਨੂੰ। ਠੀਕ ਹੈ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਕਈ ਵਾਰੀ ਬੱਚਿਆਂ ਨੂੰ 200 ਡਿਗਰੀ ਦਾ ਐਂਗਲ ਬਣਾਉਣ 'ਚ ਮੁਸ਼ਕਿਲ ਆਉਂਦੀ ਆ। ਤਾਂ ਜ਼ਰੂਰੀ ਗੱਲ ਨਹੀਂ ਕਿ ਮੈਂ ਹਿੰਦੀ ਤਾਂ 200 ਤੋਂ ਸ਼ੁਰੂ ਕਰਾਂ, ਮੈਂ ਬਾਕੀ ਦੇ ਐਂਗਲ ਬਣਾ ਲੈਂਦਾ ਬੇਟੇ। ਤਾਂ ਜਿਹੜਾ ਬਾਕੀ ਆ ਬਚਦਾ ਆ ਜੇ ਆ 4 ਐਂਗਲ ਬਣਾਉਣ ਤੋਂ ਬਾਅਦ ਪੰਜਵਾਂ ਐਂਗਲ ਆਟੋਮੈਟਿਕਲੀ ਹਿੰਦੀ ਦਾ 200 ਡਿਗਰੀ ਦਾ ਬਣ ਜਾਣਾ ਸੀ। ਪਰ ਮੇਰੇ ਕੋਲ ਦੋ ਮੈਥਡਸ ਨੇ, ਮੈਂ ਜਿਹਨੂੰ ਮਰਜ਼ੀ ਅਡਾਪਟ ਕਰ ਸਕਦਾ। ਇਹਦੇ ਨਾਲ ਬੇਟੇ ਸਾਡਾ ਪਾਈ ਚਾਰਟ ਤਿਆਰ ਆ ਜੀ। ਇਹ ਕੁਐਸਚਨ ਖਤਮ ਹੁੰਦਾ ਬੇਟਾ। ਬਹੁਤ ਬਹੁਤ ਧੰਨਵਾਦ।